ਦੇਖੋ ਕਿਵੇਂ ਇਹਨੂੰ ਬਰੀਕ ਕਰੀ ਜਾ ਰਿਹਾ। ਇੱਥੇ ਪਹਿਲੇ ਸਭ ਤੋਂ ਇੱਕ ਜਿਹੜੀ ਅਹਿਮ ਗੱਲ ਹੈ, ਅਸੀਂ ਸੁਪਰ ਸੀਡਰ ਸਾਡੇ ਕੋਲ ਨਹੀਂ ਹੈ, ਨਾ ਹੀ ਅਸੀਂ ਇਹਦੇ ਨਾਲ ਬਿਜਾਈ ਕੀਤੀ ਹੈ। ਬੰਦੇ ਸਾਰੇ ਕਹਿੰਦੇ ਸੀਗੇ ਯਾਰ ਤੁਸੀਂ ਕਿਉਂ ਨਹੀਂ ਸੁਪਰ ਸੀਡਰ ਨਾਲ ਬਿਜਾਈ ਕਰਦੇ, ਹੁਣ ਤੇ ਜਦੀਦ ਦੌਰ ਹੈ, ਤੁਸੀਂ ਵੀ ਸੁਪਰ ਸੀਡਰ ਚਲਾਓ ਤੇ ਉਹਦੇ ਨਾਲ ਬਿਜਾਈ ਕਰੋ। ਤੇ ਸਾਨੂੰ ਬੰਦੇ ਕਹਿੰਦੇ ਸੀ ਕਿ ਇਹਨੂੰ ਰਿੰਗ ਸਲੀਪ ਬੜੀ ਛੇਤੀ ਲੱਗ ਜਾਂਦੀ ਹੈ, ਟਰੈਕਟਰ ਨੂੰ ਇੰਜਨ ਚੱਟ ਦਿੰਦਾ, ਸੁਪਰ ਸੀਡਰ ਜਿਹੜਾ ਹੈ ਬੜਾ ਲੋਡ ਪੈਂਦਾ। ਤੇ ਮੈਂ ਕਿਹਾ ਚਲੋ ਚੱਲਦੇ ਆ, ਨਾਲੇ ਦੇਖਦੇ ਆ, ਨਾਲੇ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ। ਇਹ ਵੀ ਟਰੈਕਟਰ ਨੂੰ ਇੰਨੀ ਤੰਗ ਕਰਦਾ ਨਹੀਂ ਕਰਦੀ ਹੈ, ਬਿਲਕੁਲ ਹੀ ਤੰਗ ਕਰਦਾ। ਹਾਂਜੀ। ਅਸੀਂ ਇਹਦੀ ਸ਼ਕਲ ਨੂੰ ਨਹੀਂ ਸਾਹਮਣੇ ਰੱਖਿਆ, ਹਾਂ। ਅਸੀਂ ਇਹਦੇ ਕੰਮ ਨੂੰ ਸਾਹਮਣੇ ਰੱਖ ਕੇ ਇਹਦੇ ਡਿਜ਼ਾਈਨ ਨੂੰ ਉਸ ਹਿਸਾਬ ਨਾਲ ਕੀਤਾ ਕਿ ਸਾਡਾ ਟਰੈਕਟਰ ਵੀ ਈਜ਼ੀਲੀ ਚਲਾ ਲੈਣਾ ਹਾਂਜੀ। ਔਰ ਕੰਮ ਵੀ ਉਹੀ ਹੋਵੇ ਜਿਹੜਾ ਸੁਪਰ ਸੀਡਰ ਦਾ। ਠੀਕ ਹੋ। ਇਸ ਤਰ੍ਹਾਂ ਵੇਖੋ ਨਾ, ਟੈਂਕੀ ਸੀ ਪਹਿਲੇ ਦੀ ਉੱਚੀ ਸੀ, ਹਾਂਜੀ। ਪਿੱਛੋਂ ਡਰਾਈਵਰ ਨੂੰ ਵੇਖਣਾ ਹੁੰਦਾ ਕਿ ਮੇਰਾ ਕੰਮ ਠੀਕ ਹੋ ਰਿਹਾ। ਉਹ ਜਦੋਂ ਟੈਂਕੀ ਤੁਹਾਡੀ ਉੱਪਰ ਹੋਏਗੀ ਉਹ ਨਜ਼ਰ ਪੂਰੀ ਨਹੀਂ ਪਏਗੀ, ਉਹਨੂੰ ਪਤਾ ਨਹੀਂ ਲੱਗੇਗਾ ਕਿ ਇਹਦੀ ਕਾਰਕਰਦਗੀ ਔਰ ਇਹਦਾ ਪਿੱਛੇ ਕੰਮ ਕੀ ਹੋਣ ਦਿਆ ਵੇ। ਤੇ ਥੱਲੇ ਆ ਜੋ ਪਾਈਪ ਸਨ ਸਰ, ਉਹਨਾਂ 'ਚ ਬੀ ਫਸਦਾ ਸੀ। ਇਹ ਮੇਰੇ ਖਿਆਲ ਸਾਰੋਂ ਨੇ ਵੀ ਤੁਹਾਨੂੰ ਇਸ ਬਾਰੇ ਦੱਸਣਗੇ, ਬੀ ਫਸਦਾ ਸੀ। ਜਰਮੀਨੇਸ਼ਨ ਔਰ ਪੈਦਾਵਾਰ ਦੇ ਵਿੱਚ ਫਰਕ ਹੁੰਦਾ। ਅਸੀਂ ਇਹ ਗੰਨਾ ਟਰਾਂਸਪੋਰਟ ਲਾ ਕੇ ਇਹਨੂੰ ਡਾਇਰੈਕਟ ਸਵਿੰਗ ਦੇਤੀ, ਸਵਿੰਗ ਮਤਲਬ ਡਾਇਰੈਕਟ ਬਜਾਈ ਦੇਤੀ ਹੈ ਬੀਜ ਦੀ। ਪੈਪ 'ਚ ਕਣਕ ਫਸੇ ਨਾ, ਨਹੀਂ ਫਸੇ, ਹੁਣ ਇਹਦੇ 'ਚ ਪੈਪ ਹੀ ਨਹੀਂ ਆ ਰਹੀ, ਫਸਣੀ ਕਿੱਥੇ। ਅੱਛਾ, ਇਹ ਚੀਜ਼ ਹੋ ਗਈ। ਫਿਰ ਦੂਸਰਾ ਜਿਹੜਾ ਸੀ ਉਹਦੀਆਂ 12 ਕੋਲਟਾਂ ਸਨ ਜਿਹਨੂੰ ਤਵੇ ਆਉਂਦੇ ਆ, ਉਹ ਸੀ ਅਸੀਂ ਇਹਨੂੰ 15 ਲਾ ਦਿੱਤੇ। ਤੀਸਰਾ ਇਹਦਾ ਵਜ਼ਨ ਜ਼ਿਆਦਾ ਸੀ ਔਰ ਇਹਦੀ ਬਿਰਥ ਚੌੜਾਈ ਪਿੱਛੇ ਨੂੰ ਬਹੁਤ ਜ਼ਿਆਦਾ ਸੀ। ਤੁਸੀਂ ਕੋਈ ਵੀ ਚੀਜ਼ ਜਿਵੇਂ ਜਿਵੇਂ ਡਿਸਪਲਿਨ ਰੋਲ ਕਰੋਗੇ ਉਹ ਬੋਝ ਬਣਾਏਗੀ। ਠੀਕ ਹੈ। ਇਸੇ ਤਰ੍ਹਾਂ ਹਿਡਰੋਲਿਕ ਤੇ ਬੋਝ ਬਣਦਾ ਸੀ, ਜਿਹਦਾ ਕਰਕੇ ਇਹ ਗੱਡੀ ਨੂੰ ਤੰਗ ਕਰਦਾ ਸੀ। ਇਹਨੂੰ ਚਲਾਉਣ ਦਾ ਸਰ ਇਸ਼ੂ ਕੋਈ ਨਹੀਂ ਸੀ, ਇਹਨੂੰ ਕੈਰੀ ਕਰਨ ਦਾ, ਕਿਤੇ ਅੱਗੇ ਪਿੱਛੇ ਲਿਜਾਣ ਦਾ, ਪੈਲੀ 'ਚ ਬਾਰ-ਬਾਰ ਚੁੱਕ ਕੇ ਆਪਣੀ ਡਾਇਰੈਕਸ਼ਨ ਚੇਂਜ ਕਰਨ ਦਾ, ਇਹਦੀ ਜਿਹੜੀ ਨਾ ਹਿਡਰੋਲਿਕ ਦੀ ਇਹ ਕਹਿ ਲਓ ਕਿ ਇਹਦਾ ਸਤਿਆਨਾਸ਼ ਕਰ ਦਿੰਦਾ ਸੀ। ਇਹ ਇਹਨੂੰ ਕਲੋਜ਼ ਕਰਨ ਨਾਲ ਔਰ ਇਹਦਾ ਵਜ਼ਨ ਘੱਟ ਕਰਨ ਨਾਲ, ਥੱਲੇ ਕਰਨ ਨਾਲ ਇੱਕ ਬੇਹਤਰੀਨ ਇੱਕ ਅੱਛੀ ਜਿਹੜੀ ਮਿਨੀ ਪੈਕਟ ਦੇ ਵਿੱਚ ਇੱਕ ਵੱਡੀ ਚੀਜ਼ ਆ ਗਈ ਹੈ। ਇਹਦਾ weight ਕਿੰਨਾ ਘੱਟ ਕੀਤਾ ਤੁਸੀਂ? ਸਰ ਇਹਦਾ weight ਅਸੀਂ ਦੂਜਿਆਂ ਨਾਲੋਂ ਕਾਫੀ ਘੱਟ ਹੈ। ਕਿੰਨਾ ਘੱਟ ਕੀਤਾ? ਤਕਰੀਬਨ ਅਸੀਂ 250 ਕਿਲੋ ਦੂਸਰੇ ਨਾਲੋਂ ਘੱਟ 250 ਕਿਲੋ। ਹੁਣ ਇਹਦਾ ਟੋਟਲ weight ਕਿੰਨਾ? ਤਕਰੀਬਨ 850 ਦੇ ਕਰੀਬ ਹੈ। 850 ਕਿਲੋ। ਜੀ ਸਰ। ਤੇ ਪਹਿਲਾਂ 250 ਕਿਲੋ ਤੇ ਕਿੰਨਾ ਹੋ ਗਿਆ? 1100 ਕਿਲੋ। 1100 ਕਿਲੋ ਜਦੋਂ weight ਚੁੱਕਣਾ ਹੰਡਾਲਕ ਨੇ, ਟਰੈਕਟਰ ਨੇ, ਫਿਰ ਤੰਗ ਤੇ ਹੋਣਾ ਹੀ ਹੈ। ਕਾਰ ਬਈ ਹਾਈਡ੍ਰੋਲਿਕ ਸਿਸਟਮ ਇਹਦੇ ਇੱਕ ਹੋਰ ਚੀਜ਼ ਆ ਜਾਂਦੀ ਹੈ। ਹਾਂਜੀ। ਪਹਿਲਾਂ weight ਦਾ ਇਸ਼ੂ ਨਹੀਂ ਹੈਗਾ, ਜਿਹੜਾ ਦਾ ਖਲਾਰ ਜ਼ਿਆਦਾ ਸੀ ਨਾ ਸਰ, ਤੁਸੀਂ ਜਿਸ ਤਰ੍ਹਾਂ ਜਾਣਦੇ ਸੀ ਕਿ ਉਹਦਾ ਤਕਰੀਬਨ ਇੱਥੇ ਹੁੰਦਾ ਸੀ ਉਹਦਾ ਖਲਾਰ। ਉਹ ਖਲਾਰ ਜਿਹੜਾ ਸੀ ਉਹ ਵੀ ਜਿੰਨਾ ਟਰੈਕਟਰ ਤੋਂ ਦੂਰ ਆਉਂਦਾ ਸੀ ਉਹਨੂੰ ਹਿਲਾਣਾ ਜਾਂਦਾ ਸੀ ਔਰ ਓਵਰਲੋਡ ਕਰਦਾ ਸੀ ਇਹਨੂੰ, ਇਹਦੇ ਹਾਈਡ੍ਰੋਲਿਕ ਨੂੰ। ਉਹਦੇ ਤੇ ਪ੍ਰੈਸ਼ਰ ਪਾਉਂਦਾ ਸੀ, ਜਿਹਦਾ ਕਰਕੇ ਉਹਦੀ ਕਿੱਟ ਉਹਦੀ ਅੰਦਰੋਂ ਜਿਹੜੀ ਸੀ ਬਾਰ-ਬਾਰ ਉੱਡ ਜਾਂਦੀ ਸੀ। ਤੇ ਬਾਕੀ ਅਸੀਂ ਸਾਰੋਂ ਚੀਜ਼ਾਂ ਦੇ ਮਸ਼ਵਰੇ ਲੈ ਰਹੇ। ਤੁਸੀਂ ਜੋ ਦੱਸਿਆ ਗਾਈਡ ਕੀਤਾ ਠੀਕ ਹੈ। ਅਸੀਂ ਸਾਰੋਂ ਨਾਲ ਗੱਲ ਕਰਦੇ ਹਾਂ, ਜ਼ਰਾਅਤ ਦੇ ਅਫਸਰਾਨ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਇਹਦੇ ਵਿੱਚ ਤਬਦੀਲੀ ਆਈ ਹੈ, ਤੁਸੀਂ ਜਿਹੜੀ ਇਹਦੇ 'ਚ ਤਬਦੀਲੀ ਆਈ ਆ ਉਹਦੇ ਨਾਲ ਐਗਰੀ ਕਰਦੇ ਹੋ? ਤੁਸੀਂ ਆਪ ਜਿਹੜਾ ਨਾ ਇਹਦਾ ਤਾਰਫ ਕਰਾਓ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਲੱਗੇ ਬਿਲਕੁਲ ਗੱਲ ਠੀਕ ਹੈ ਜਾਂ ਹਵਾ 'ਚ ਤੀਰ ਨੇ। ਜੀ बिस्मिल्लाहिर्रहमानिर्रहीम। मेरा नाम मकसूद अहमद है और मैं बतौर डायरेक्टर एग्रीकल्चर इंजीनियरिंग रिसर्च फैसलाबाद अपनी ड्यूटी सर अंजाम दे रहा। मोहतरम जिमीदार भाईओ जी, जिमें कि तुहानू मालूम है कि पाकिस्तान की मैशत का दारो मदार ज़राअत के उत्ते है, लेकिन साड़ी फसलों की फी एकड़ पैदावार तरक्की याफ्ता ममालिक तो बहुत घट है। हाँ जी। उनकी एक वजह है कि साढ़े कोल जी ना पायदार मशीनरी नहीं हैगी, अच्छी मशीनरी नहीं हैगी। और अमजद साहब ने अकरम जरी इंडस्ट्री ने इस सुपर सीडर लॉन्च करके जिमीदारों को एक पायदार मशीनरी की तरफ एक रुझान दिता। हाँ जी। ये मशीन इन्होंने स्पैशल डिज़ाइन की। पहले पाक सीडर के स्मार्ट पाक सीडर के काफ़ी फर्क है। इस मशीन के डबल स्पीड गेयर लगाया गया, जिथे पराली ज़्यादा होएगी उत्थे ज़्यादा स्पीड चलनी चाहिए होगी, जिथे पराली घट होएगी स्पीड घट होएगी। अपने आप होएगी या रेस दे नाल ਜਾਂ ਕੋਈ ਵੱਖਰਾ ਗੇਅਰ ਲੱਗਾ ਹੈ ਉਹਦਾ? ਇਹਦੇ 'ਚ 2 ਗੇਅਰ ਲੱਗੇ ਨੇ ਪਿੱਛੇ। ਉਹ ਗੇਅਰ ਜਿਹੜਾ ਨਾ ਉਹ ਤਬਦੀਲ ਕਰਨਾ ਪੈਂਦਾ ਹੈ, ਇੱਕ ਜਗ੍ਹਾ ਤੋਂ ਉਠਾ ਕੇ ਦੂਸਰੀ ਜਗ੍ਹਾ ਰੱਖਣਾ ਪੈਂਦਾ ਹੈ। ਠੀਕ ਹੈ। ਤੇ ਜਿਸ ਦੇ ਨਾਲ ਸਪੀਡ ਨੂੰ ਵਧਾ ਘਟਾ ਕੇ ਤੁਸੀਂ ਪਰਾਲੀ ਦੇ ਮੁਤਾਬਿਕ ਪਾਕ ਸੀਡਰ ਨੂੰ ਚਲਾ ਸਕਦੇ ਹੋ। ਜੇ ਪਰਾਲੀ ਜ਼ਿਆਦਾ ਹੈ ਤੇ ਗੇਅਰ ਚੇਂਜ ਹੋ ਜਾਂਦਾ। ਅੱਛਾ, ਦੂਸਰਾ ਇਹਦੇ 'ਚ ਸਾਹਮਣੇ ਫਰੰਟ ਕੋਲਟਰ ਲਗਾਏ ਨੇ। ਉਹ ਕੋਲਟਰ ਜਿਹੜੇ ਨੇ ਨਾ, ਜਿਹੜੀ ਮਸ਼ੀਨ ਦਾ ਪਾਸ ਹੈ ਉਹਦੇ ਵਿੱਚ ਰਹਿੰਦੇ ਹੋਏ ਮਸ਼ੀਨ ਬਾਹਰ ਪਰਾਲੀ ਨਹੀਂ ਖਿੱਚਣ ਦਿੰਦੇ, ਉਹਨੂੰ ਮਸ਼ੀਨ ਦੇ ਸਾਹਮਣੇ ਜਿਹੜੀ ਪਰਾਲੀ ਪਈ ਹੈ ਉਹਨੂੰ ਹੀ ਉਹਨੇ ਕੁੱਟਣਾ। ਠੀਕ ਹੈ। ਫਿਰ ਇਸ ਮਸ਼ੀਨ ਦੇ ਵਿੱਚ ਖਾਸ ਕਿਸਮ ਦੇ ਬਲੇਡ ਇਸਤੇਮਾਲ ਕੀਤੇ ਗਏ ਨੇ, ਜਿਹੜਾ ਕਿ ਪਰਾਲੀ ਨੂੰ ਕੁੱਤਰਦੇ ਨੇ, ਜ਼ਮੀਨ ਦੇ ਵਿੱਚ ਸ਼ਾਮਲ ਕਰਦੇ ਨੇ। ਤੇ ਪਿੱਛੇ ਪ੍ਰੈਸ ਰੂਲਾ ਜਿਹੜਾ ਹੈ ਉਹਨੂੰ ਪ੍ਰੈਸ ਕਰਨ ਤੋਂ ਬਾਅਦ
ਪਿੱਛੇ ਕੋਲਟਰ ਲਗਾਏ ਗਏ ਨੇ। ਠੀਕ ਹੈ। ਇਸ ਮਸ਼ੀਨ ਦੇ ਵਿੱਚ 15 ਕੋਲਟਰ ਨੇ, ਬਲਕਿ ਆਮ ਮਸ਼ੀਨਾਂ ਦੇ ਵਿੱਚ 12 ਨੇ, ਜਿਸ ਦੇ ਨਾਲ 20 ਏਕੜ ਜਿਹੜੀ ਲੈਣਾ ਦੀ ਤਾਦਾਦ ਹੈ, ਗੰਦਮ ਦੀ ਲੈਣਾ ਜਿਹੜੀਆਂ ਵਧਣਗੀਆਂ ਤੇ ਪੈਦਾਵਾਰ ਵੀ ਵਧੇਗੀ। ਠੀਕ ਹੋ ਗਿਆ। ਦੂਸਰੇ ਨੰਬਰ ਤੇ ਇਹਦੇ 'ਚ ਜਿਹੜੇ ਬੀਜ ਜਿਹੜਾ ਹੈ ਆਮ ਪਾਕ ਸੀਡਰ ਦੇ ਵਿੱਚੋਂ ਇੱਕ ਹਾਈਟ ਤੋਂ ਥੱਲੇ ਡਿੱਗਦਾ, ਇਹਦੇ 'ਚ ਉਹ ਹਾਈਟ ਕਮ ਕਰਕੇ ਬਿਲਕੁਲ ਥੱਲੇ ਕਰ ਦਿੱਤੀ ਗਈ ਹੈ, ਜਿਹਦੇ ਨਾਲ ਬੀਜ ਜਿਹੜਾ ਜ਼ਮੀਨ ਦੇ ਵਿੱਚ ਯਕਸਾਂ ਡਿੱਗੇਗਾ। ਠੀਕ ਹੋ ਗਿਆ। ਤੇ ਤੀਸਰੇ ਨੰਬਰ ਦੇ ਉੱਤੇ ਇਸ ਮਸ਼ੀਨ ਦਾ ਫਾਇਦਾ ਇਹ ਹੈ ਕਿ ਜਿਵੇਂ ਕਿ ਅਮਜਦ ਸਾਹਿਬ ਨੇ ਦੱਸਿਆ, ਇਹਦਾ ਵਜ਼ਨ ਜਿਹੜਾ ਬਿਲਕੁਲ ਕਮ ਕਰ ਦਿੱਤਾ ਗਿਆ ਤਾਂ ਕਿ ਹਾਈਡ੍ਰਾਲਿਕ ਦੇ ਉੱਤੇ, ਟਰੈਕਟਰ ਦੇ ਉੱਤੇ ਇਹਦਾ ਫਰਕ ਨਾ ਪਵੇ। ਠੀਕ ਹੈ। ਤੇ ਇਹਦੇ 'ਚ ਜਿਹੜਾ 4 ਗੇਅਰ ਇਸਤੇਮਾਲ ਕੀਤੇ ਨੇ ਸਾਈਡ ਤੇ ਇਹਨਾਂ ਨੇ। ਠੀਕ ਹੈ। ਆਮ ਸੁਪਰ ਸੀਡਰਾਂ ਦੇ ਵਿੱਚ ਜਿਹੜੇ ਮੈਨੂਫੈਕਚਰ ਬਣਾ ਰਹੇ ਨੇ ਉਹ 3 ਗੇਅਰ ਇਸਤੇਮਾਲ ਕਰਦੇ ਨੇ, ਇਹਨਾਂ ਨੇ 4 ਗੇਅਰ ਇਸਤੇਮਾਲ ਕਰਕੇ ਇਹਦੀ ਜਿਹੜੀ ਸਪੀਡ ਨੂੰ ਵਧਾਇਆ ਹੈ ਤੇ ਟਰੈਕਟਰ ਦੇ ਉੱਤੇ ਲੋਡ ਘਟਾਇਆ, ਜਿਸ ਦੇ ਨਾਲ ਤੁਹਾਡੇ ਫਿਊਲ ਦੀ ਬਚਤ ਹੋਏਗੀ ਤੇ ਟਰੈਕਟਰ ਦਾ ਇੰਜਨ ਵੀ ਜਿਹੜਾ ਪਾਏਦਾਰ ਰਹੇਗਾ। ਮਤਲਬ ਅੱਗੇ ਤਰ੍ਹਾਂ ਜਿਵੇਂ ਧੂਆਂ ਮਾਰਦਾ ਸੀ ਉਂਝ ਨਹੀਂ ਕਰੇਗਾ, ਬਿਲਕੁਲ। ਟਰੈਕਟਰ ਨੂੰ ਤੰਗ ਨਹੀਂ ਕਰੇਗਾ। ਹਾਂਜੀ, ਇਹਦਾ ਟਰਾਇਲ ਕਰ ਚੁੱਕੇ ਹਾਂ ਹੂੰ। ਤੇ ਹੁਣ ਅੱਜ ਵੀ ਮਜ਼ੀਦ ਤੁਹਾਨੂੰ ਜ਼ਿਮੀਦਾਰਾਂ ਨੂੰ ਕਰਕੇ ਦਿਖਾਵਾਂਗੇ ਤੇ ਇਹਦਾ ਸਾਹਮਣੇ ਤੁਹਾਡੇ ਨਜ਼ਰ ਆ ਜਾਏਗਾ। ਠੀਕ ਹੋ ਗਿਆ। ਮਤਲਬ ਤੁਸੀਂ ਟੋਟਲ ਐਗਰੀ ਕਰਦੇ ਹੋ ਜਿਹੜਾ ਸਮਾਰਟ ਸੁਪਰ ਸੀਡਰ ਹੈ, ਇਹਦੀ ਜ਼ਰੂਰਤ ਹੈ ਸੀ, ਹੁਣ ਠੀਕ ਹੈ। ਬਿਲਕੁਲ ਜੀ, ਦੇਖੋ ਜਿਹੜਾ ਨਾ ਹਰ ਬੰਦੇ ਦੀ ਆਪਣੀ ਵੱਖਰੀ ਸੋਚ ਹੈ। ਹੂੰ। ਹਰ ਬੰਦੇ ਨੂੰ ਅੱਲਾਹ ਤਾਲਾ ਨੇ ਜ਼ਿਹਨ ਦਿੱਤਾ ਹੈ, ਸਮਝਦਾਰੀ ਦਿੱਤੀ ਹੈ। ਇਹਨਾਂ ਨੇ ਆਪਣੀ ਸਮਝ ਦੇ ਮੁਤਾਬਿਕ ਕੁਝ ਸਾਡੀ ਵੀ ਗਾਈਡਲਾਈਨ ਲੈਂਦੇ ਰਹੇ ਨੇ ਮਹਿਕਮੇ ਦੀ, ਤੇ ਇਸ ਮਸ਼ੀਨ ਨੂੰ ਬੜਾ ਕੰਪੈਕਟ ਕਰ ਦਿੱਤਾ। ਮਸ਼ੀਨ ਡਿਜ਼ਾਈਨ ਕਰਨ ਦਾ ਜਿਹੜਾ ਬੇਸਿਕ ਅਸੂਲ ਹੀ ਹੈ ਕਿ ਮਸ਼ੀਨ ਜਿਹੜੀ ਇੱਕ ਪਾਇਦਾਰ ਹੋਵੇ, ਇੱਕ ਜਗ੍ਹਾ ਘੱਟ ਘੇਰੇ ਤੇ ਟਰੈਕਟਰ ਤੋਂ ਜਿਹੜਾ ਨਾ ਜਿੰਨੀ ਨੇੜੇ ਰਹੇਗੀ ਇਹਨਾਂ ਟਰੈਕਟਰ ਜਿਹੜਾ ਨਾ ਉਹ ਲੋਡ ਉਹਨੂੰ ਆਸਾਨੀ ਨਾਲ ਚੁੱਕ ਸਕੇਗਾ ਤੇ ਅੱਗੇ ਲਿਜਾ ਸਕੇਗਾ। ਇਸ ਮਸ਼ੀਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ। ਚਲੋ ਅੱਲਾਹ ਪਾਕ ਤਰੱਕੀ ਦੇਵੇ ਭਾਈ ਹੋਰਾਂ ਨੂੰ ਤੇ ਕਾਰੋਬਾਰ ਚੱਲੇ ਇਹਨਾਂ ਦਾ ਵਧੀਆ। ਨਾਮ ਇਹਨਾਂ ਦਾ ਮਾਸ਼ਾਅੱਲਾ ਅੱਗੇ ਹੀ ਬਹੁਤ ਅੱਛਾ ਹੈ। ਅਸੀਂ ਇਹਨਾਂ ਦਾ ਜਿਹੜਾ ਇਹ ਰੂਟਾ ਇਸਤੇਮਾਲ ਕਰਦੇ ਪਏ ਆ, ਉਸ ਤੋਂ ਬਾਅਦ ਕੱਦੂ ਵਾਲੀ ਹੱਲ ਗਈ, ਹੱਲਾਂ ਗਈਆਂ, ਉਹ ਸਾਰੀਆਂ ਚੀਜ਼ਾਂ ਤੇ ਇਹਨੂੰ ਮੱਦੇਨਜ਼ਰ ਰੱਖਦੇ ਆ। ਮੇਰੇ ਇੱਥੇ ਆਉਣ ਦਾ ਮਕਸਦ ਵੀ ਇਹੀ ਸੀ ਕਿ ਚੱਲਦੇ ਆ, ਕੁਛ ਨਾ ਕੁਛ ਲੱਭੇਗਾ, ਅਗਲੇ ਸਾਲ ਆਪਾਂ ਵੀ ਸੁਪਰ ਸੀਡਰ ਕਰਨਾ ਹੈ ਨਾ, ਤੇ ਇਸ ਕਰਕੇ ਮੈਂ ਕਿਹਾ ਜਿਹੜਾ ਨਿਊ ਹੈ ਉਹ ਤੁਹਾਨੂੰ ਦਿਖਾਈਏ ਤੇ ਅੱਗੋਂ ਲਿਜਾ ਕੇ ਉੱਥੇ ਤੇ ਚਲਾਣਾ। ਅੱਜ ਇੱਥੇ ਚੱਲਦਾ ਵੀ ਦੇਖ ਲਈਏ ਤੇ ਆਈਓ ਇਹਦੇ ਵਿੱਚ ਬੂ ਪਾਉਂਦੇ ਆ ਆਪਾਂ ਤੇ ਇਹਨੂੰ ਚਲਾ ਕੇ ਦਿਖਾਉਂਦੇ ਆ, ਸਭ ਕੁਝ ਤੁਹਾਨੂੰ ਦਿਖਾਉਂਦੇ ਆ। ਅੱਛਾ ਸਰ ਜੀ, ਮਾਜ਼ਰਤ ਇੱਕ ਕੁਐਸਚਨ ਇੱਥੇ ਮੈਂ ਪੁੱਛਣਾ ਸੀ ਕਿ ਜਿਹੜਾ ਅਸੀਂ ਛੱਟੇ ਨਾਲ ਕਣਕ ਬੀਜਦੇ ਆ, DAP ਪਾ ਕੇ ਥੱਲੇ ਤੇ ਉੱਤੇ ਛੱਟਾ ਦੇ ਕੇ ਫਿਰ ਉਹਨੂੰ ਸੁਹਾਗਾ ਮਾਰਦੇ ਆ, ਉਹ ਬਿਹਤਰ ਤਰੀਕਾ ਹੈ ਕਿ ਸੁਪਰ ਸੀਡਰ ਵਾਲਾ ਬਿਹਤਰ ਤਰੀਕਾ ਹੈ? ਕਿਉਂਕਿ ਕਾਫੀ ਬੰਦੇ ਸਵਾਲ ਪੁੱਛਦੇ ਆ ਕਿ ਗੱਲਾਂ ਕਰਦੇ ਆ ਕਿ ਯਾਰ ਸੁਪਰ ਸੀਡਰ ਨਾਲ ਕੋਈ ਡਰਦੇ ਬੀਜਦੇ ਨਹੀਂ ਆ, ਜਿਵੇਂ ਸਾਡਾ ਲਾ ਲਓ, ਅਸੀਂ ਨਹੀਂ ਬੀਜੀ ਹਲੇ ਤੱਕ ਸੁਪਰ ਸੀਡਰ ਨਾਲ ਕਣਕ ਨਹੀਂ ਬੀਜੀ, ਕਿਉਂਕਿ ਭਾਈ ਮੇਰਾ ਤੇ ਵਾਲਾ ਸਾਹਿਬ ਕਹਿੰਦੇ ਨੇ ਕਿ ਝਾੜ ਥੋੜਾ ਨਿਕਲੇਗਾ। ਇਹਦਾ ਝਾੜ ਦਾ ਕੋਈ ਫਰਕ ਹੁੰਦਾ? ਪੁਰਾਣੇ ਜ਼ਿਮੀਦਾਰ ਤੇ ਬਾਬੇ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਨਾਬ ਛੱਟਾ ਫਕੀਰ ਤੇ ਕੇਰਾ ਵਜ਼ੀਰ ਤੇ ਪੋਰਾ ਜਿਹੜਾ ਬਾਦਸ਼ਾਹ। ਪੋਰਾ ਕੀ ਪੋਰ ਕਰਦੇ ਨੇ ਇੱਕ ਬੀਜ ਜਿਹੜਾ। ਅੱਛਾ ਠੀਕ ਹੈ। ਪਹਿਲੇ ਆਪਣਾ ਬੈਲਾਂ ਨਾਲ ਕਰਦੇ ਸੀ। ਛੱਟਾ ਫਕੀਰ, ਕੇਰਾ ਵਜ਼ੀਰ ਤੇ ਭੋਰਾ ਬਾਦਸ਼ਾਹ। ਠੀਕ ਹੁਣ ਹੈ। ਇਸ ਮਸ਼ੀਨ ਦੇ ਵਿੱਚ ਨਾ ਤੁਹਾਡਾ ਜਿਹੜਾ ਸਵਾਲ ਉਹ ਇਹ ਹੈ ਕਿ ਛੱਟੇ ਨਾਲ ਨਾ ਅਮੂਮਨ ਇੰਜ ਹੁੰਦਾ ਹੈ ਕਿ ਹਰ ਜ਼ਿਮੀਦਾਰ ਇਹਦਾ ਕਾਰੀਗਰ ਨਹੀਂ ਹੁੰਦਾ ਜਿਹੜਾ ਛੱਟਾ 50 ਕਿਲੋ ਦਾ ਇੱਕੋ ਜਿਹਾ ਜਿਹੜਾ 1 ਏਕੜ ਦੇ ਵਿੱਚ ਬੀਜ ਸਕੇ। ਨਹੀਂ, ਉਹਦੇ ਬੰਦੇ ਹੁੰਦੇ ਨੇ ਨਾ ਸਪੈਸ਼ਲ ਪਿੰਡਾਂ ਦੇ ਵਿੱਚ ਜਿਹੜੇ ਬੀਜ ਦਿੰਦੇ ਹੁੰਦੇ ਨੇ, ਹਾਂਜੀ। ਉਹਨਾਂ ਨੂੰ ਲੈ ਕੇ ਆਉਂਦੇ ਨੇ। ਉਹਨਾਂ ਦਿਨਾਂ 'ਚ ਮਜ਼ਦੂਰੀ ਚੱਲਦੀ ਹੁੰਦੀ ਆ ਕਿ 1 ਏਕੜ ਦੀ ਇੰਨੀ ਮਜ਼ਦੂਰੀ ਆ, ਤੇ ਬਾਜ਼ਗਾ ਤੇ ਇੰਜ ਹੁੰਦਾ ਕਿ ਕੁਝ ਬੰਦੇ ਹੁੰਦੇ ਨੇ ਜਿਹੜੇ ਆਪ ਹੀ ਆਪਣਾ ਬੀਜ ਦੇ ਲੈਂਦੇ ਆ। ਇਹਦੀ ਮਹਾਰਤ ਐਡੀ ਕੋਈ ਨਹੀਂ ਹੁੰਦੀ, 1-2 ਕਿੱਲੇ 'ਚ ਬੀਜ ਦਿਓ ਨਾ ਤੇ ਉਹ ਬੰਦੇ ਨੂੰ ਪਤਾ ਲੱਗ ਜਾਂਦਾ। ਬਾਬੇ ਅਕਸਰ ਕਣਕ ਦਾ ਬੀਜ ਜਿਹੜਾ ਦੂਰਾ ਖਿਲਾਰਦੇ ਨੇ ਕਿ ਕਿਤੇ ਉਹ ਨਾ ਰਹੀਏ, ਛੱਟਾ ਦਿੰਦੇ ਆ, ਕਿਤੇ ਕੋਈ ਤੱਲੀ ਤੁੱਲੀ ਨਾ ਰਹੀਏ, ਫਾਂਟ ਨਾ ਰਹੀਏ, ਸੱਚੀ ਮੁੱਚੀ ਨਾ ਫਕੀਰ ਬਣ ਜਾਈਏ। ਤੇ ਇਹ ਸਾਰੀ ਜਿਹੜੀ ਹੈ ਨਾ ਸਿਆਲ ਗਾਲਾਂ ਹੀ ਪੈਂਦੀਆਂ ਹਾਂ ਰਹਿਣ। ਬਿਲਕੁਲ। ਉਹਨਾਂ ਨੇ ਜਦੋਂ ਵੀ ਲੰਘਣਾ ਪਤਾ ਨਹੀਂ ਕਿਹੜਾ ਬੀਜ ਦੇਗੇ, ਰੋਂਦਾ ਬੀਜ ਦੇਣ। ਤੁਹਾਡੇ ਤਜਰਬਾ ਕਰਨਾ ਇੰਸ਼ਾਅੱਲਾ, ਫੇਰ ਸ਼ੇਅਰ ਕਰਾਂਗੇ। ਤੇ ਵਾਲਾ ਸਾਹਿਬ ਮੇਰੇ ਕਹਿੰਦੇ ਹੁੰਦੇ ਨੇ ਕਿ ਕਿਸੇ ਬਗਾਨੀ ਠਾਰ ਤੇ ਮੁੱਛਾਂ ਨਹੀਂ ਬਣਾਈਦੀਆਂ। ਤਜਰਬਾ ਕਰਾ ਕੇ ਨਾ ਫੇਰ ਹੀ ਆ। ਤੇ ਇਹਨੂੰ ਚਲਾ ਕੇ ਆਪਾਂ ਹੁਣ ਦਿਖਾਉਂਦੇ ਆ। ਸਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿਹੜਾ ਗਾਈਡ ਕੀਤਾ ਹੈ। ਇਹ ਵੀ ਚੰਗਾ ਮਸ਼ਵਰਾ ਵੀ ਇੱਕ ਅਮਾਨਤ ਹੀ ਹੁੰਦੀ ਹੈ। ਤੇ ਤੁਸੀਂ ਮਾਸ਼ਾਅੱਲਾ ਮੈਂ ਥੋੜਾ ਜਿਹਾ ਇਹਦੇ ਰਾਏ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੀਂ ਮਸ਼ੀਨ ਬਣਾਵਾਂਗੇ, ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇਵਾਂਗੇ
ਤੇ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਇਹੋ ਜਿਹੀ ਉਹ ਸਾਨੂੰ ਵੀ ਦਿਓ ਤੇ ਸਾਡੇ ਕੋਲ ਕੰਮ ਦੀ ਗੱਲ ਵੀ ਕਰੋ। ਸਪੈਸ਼ਲੀ ਮਸ਼ੀਨਾਂ ਜਦੋਂ ਚੱਲਦੀਆਂ ਨੇ ਇਹਦੀ ਕੈਲੀਬ੍ਰੇਸ਼ਨ ਦੇ ਵਿੱਚ ਕਾਫੀ ਰੌਲੇ ਆ ਰਹੇ ਨੇ। ਵੀ ਜਿਹੜਾ ਉਹਨਾਂ ਨੇ ਸੈੱਟ ਕੀਤਾ ਹੁੰਦਾ 50 ਦੇ ਉੱਤੇ ਤੇ ਕੇਰ ਜਾਂਦੀ ਮਸ਼ੀਨ 'ਚ 60 ਜਾਂ ਉਹਨੂੰ 50 ਦੇ ਉੱਤੇ ਸੈੱਟ ਕਰਨਗੇ ਤੇ ਚੈੱਕ ਕਰੋ ਤੇ ਇਹ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਇਹਨੂੰ ਬਰੀਕ ਕਰੀ ਜਾ ਰਿਹਾ। ਇੱਥੇ ਪਹਿਲਾਂ ਕੋਈ ਸ਼ੈ ਨਹੀਂ ਚੱਲੀ, ਇਹ ਝੋਨੇ ਦਾ ਵੱਢ ਹੈ ਜੀ। ਹਾਂਜੀ ਤੇ ਵਕਾਰ ਬਾਈ ਬਾਕੀ ਜਿਹੜੇ ਆਮ ਦੂਸਰੇ ਟਰੈਕਟਰ ਅੱਗੋਂ ਜਦੋਂ ਮੋੜੀਦਾ ਸੀ, ਮੋੜ ਤੋਂ ਜਾ ਕੇ ਟਰੈਕਟਰ ਐਂ ਨੂੰ ਖੜਾ ਹੋ ਜਾਂਦਾ ਸੀ, ਜਿਵੇਂ ਸਿੱਧੂ ਮੂਸੇਵਾਲਾ ਨੇ ਕਹਿੰਦਾ ਟਾਇਰ ਮੂਹਰੋਂ ਚੱਕਦੀ ਹੈ ਰੱਬ ਵੱਲ। ਇਹਦਾ ਵਜ਼ਨ ਜ਼ਿਆਦਾ ਸੀ ਨਾ, ਉਹਨੂੰ ਕਹਿ ਰਹੇ ਨੇ ਕਿ ਇਹਦਾ 250 ਕਿਲੋ ਵਜ਼ਨ ਘਟਾਇਆ ਏ ਹਾਂਜੀ ਤੇ ਹਲੇ ਵੀ ਬ੍ਰੇਕ ਮੈਂ ਨਾ ਦੱਬ ਕੇ ਮਾਰੀ ਉਹਦਾ ਟਰੈਕਟਰ ਨੂੰ ਲੱਗ ਪਤਾ ਜਾਂਦਾ। ਹਾਂਜੀ, ਲੇਕਿਨ ਇਹ ਕਿ ਹੁਣ ਟਰੈਕਟਰ ਉਹ ਤਾਂ ਨਹੀਂ ਉੱਠਦਾ, ਉਹ ਹੁਣ ਲੋਕਾਂ ਦੀ ਟਿਕਟੋਕਾਂ ਨਹੀਂ ਬਣਨੀਆਂ ਜਿਹੜੀਆਂ ਖੜੀ ਕਰਕੇ ਬਣਾਉਂਦੇ, ਵਜ਼ਨ ਕੰਟਰੋਲ ਹੋ ਵਜ਼ਨ ਉਹਦਾ ਹਲੇ ਵੀ ਉਹ ਇਹ ਠੀਕ ਹੈ, ਮਤਲਬ 850 ਕਿਲੋ ਵਜ਼ਨ ਕਿਹੜਾ ਥੋੜਾ ਹੈ। ਹਾਂਜੀ, ਹੰਡਾਲਕ ਚੁੱਕਿਆ ਹੋਏ ਤੇ ਗੇਅਰ ਲੱਗਾ ਹੋਇਆ, ਟਰੈਕਟਰ ਕੈਮ ਹੋਵੇ ਚੁੱਕਿਆ ਜਾਂਦਾ ਹਲੇ ਵੀ। ਅੱਗੇ ਤੇ ਵੱਟ ਤੋਂ ਨਿਕਾਲਣ ਲੱਗਿਆ ਬੜਾ ਬੈਕ ਕਰਕੇ ਨਿਕਾਲਣਾ ਪੈਂਦਾ ਸੀ, ਉਹ ਭਾਰਾ ਸੀ ਕਿਤੇ ਵੀ। ਤੇ ਰੂਟਾਵੇਟਰ ਵੀ ਬਹੁਤ ਅੱਛੀ ਪਈ ਆ ਉੱਤੇ, ਅਸੀਂ ਤਾਂ ਦੋ ਖੜੇ ਆ ਨਾ, ਤੁਹਾਨੂੰ ਪਤਾ ਹੈ। ਚਲੋ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਜਿਹੜੀ ਅਸੀਂ ਬਜਾਈ ਸੁਪਰ ਸੀਡਰ ਨਾ ਕਰੀਏ ਇਨਸ਼ਾਅੱਲਾ। ਟਰੈਕਟਰ ਦੀ ਕੋਈ ਮਸਲਾ ਨਹੀਂ ਹੈ, ਬਿਲਕੁਲ ਠੀਕ। ਇੱਥੇ ਜਾਮ ਦਿਆ ਤਾਂ ਕਰਾ ਲਈ ਸੀ ਤੇ ਮੈਂ ਤੁਹਾਨੂੰ ਨਾ ਮੈਸੇਜ ਕਰ ਰਿਹਾ ਨਾ, ਵਿੱਚ ਕਈ ਬੰਦੇ ਜਾਣਗੇ ਤੇ ਬਾਈਕ ਲਾ ਕੇ ਇੱਥੇ ਛੱਡਿਆ ਨਾ ਜਿੱਥੇ ਦੇਖਦੇ ਦਾ ਲੱਗ। ਉਸ ਤੋਂ ਬਾਅਦ ਇੱਧਰ ਦੀ ਸਾਈਡ ਤੇ ਆ ਜਾਓ, ਇਹ ਦੇਖੋ ਇਹਦਾ ਲੱਗ 4-5 ਇੰਚ ਹੈ। ਹਾਂ, ਤੇ ਮਿੱਟੀ ਨੂੰ ਵੇਖੋ ਕਿਵੇਂ ਮਲਾਈ ਬਣਾਈ ਜਾ ਰਿਹਾ। ਇਹ ਤੁਹਾਡੇ ਸਾਹਮਣੇ ਉਹਨਾਂ ਬੀ ਪਾਇਆ, ਖਾਦ ਪਾਈ ਹੈ। ਇੱਥੇ ਕਿਹੜਾ ਉਹ ਵੈਸੇ ਚੈੱਕ ਕਰਦੇ ਪਏ ਆ, ਕਣਕ ਕੱਢਦੇ ਪਏ ਆ ਵਾਰੀ ਵਾਰੀ। ਜਿੰਨੇ ਵੀ ਇੱਥੇ ਭਰਾ ਜੀ ਸਾਰਿਆਂ ਨੇ ਉੱਤੇ ਬਹਿ ਕੇ ਫੇਰੇ ਲਾ ਲਾ ਚੈੱਕ ਕੀਤਾ। ਫਿਰ ਉਸ ਤੋਂ ਬਾਅਦ ਹੁਣ ਉਹ ਕਣਕ ਦੀ ਬਿਜਾਈ ਕਰਦੇ ਪਏ ਆ ਤੇ ਮਾਸ਼ਾਅੱਲਾ ਜਿਹੜਾ